ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਸਵਾਲ ਹੈ ਕਿ ਕੜੇ ਤੋਂ ਸਾਨੂੰ ਕੀ ਗਿਆਨ ਪ੍ਰਾਪਤ ਹੁੰਦਾ ਹੈ। ਕੜਾ ਅਸੀਂ ਕਿਉਂ ਪਾਉਂਦੇ ਹਾਂ? ਇਸ ਦੇ 4 ਆਪਸ਼ਨ ਦਿੱਤੇ ਸੀ। ਪਹਿਲਾ ਸੀ ਕਿ ਕੜਾ ਫੈਸ਼ਨ ਦੇ ਤੌਰ ਤੇ ਪਾਇਆ ਜਾਂਦਾ ਹੈ। ਇਹ ਬਿਲਕੁਲ ਗਲਤ ਹੈ, ਕਿਉਂਕਿ ਕੜਾ ਪਾਉਣ ਦੇ ਪਿੱਛੇ ਕੋਈ ਦਲੀਲ ਹੈ, ਕੋਈ ਉਪਦੇਸ਼ ਹੈ। ਦੂਜਾ ਆਪਸ਼ਨ ਸੀ ਕਿ ਕੜਾ ਪਾਉਣ ਨਾਲ ਪੱਕਾ ਸਿੱਖ ਬਣ ਜਾਈਦਾ ਹੈ। ਨਹੀਂ, ਇਹ ਵੀ ਗਲਤ ਹੈ। ਕੱਲਾ ਕੜਾ ਪਾਉਣ ਨਾਲ ਸਿੱਖ ਨਹੀਂ ਬਣਿਆ ਜਾਂਦਾ। ਇਹ ਸਿੱਖੀ ਦਾ ਇੱਕ ਅੰਗ ਹੈ। ਸਿੱਖੀ ਦੀ ਮੰਜ਼ਿਲ ਬਹੁਤ ਦੂਰ ਹੈ। ਤੀਜਾ ਆਪਸ਼ਨ ਸੀ ਕਿ ਕੜਾ ਸਾਨੂੰ ਆਪਣੇ ਹੱਥਾਂ ਨਾਲ ਬੁਰੇ ਕੰਮ ਨਾ ਕਰਨ ਦੀ ਯਾਦ ਦਿਵਾਉਂਦਾ ਹੈ। ਇਹ ਬਿਲਕੁਲ ਸਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਕੜਾ ਦੇਖ ਕੇ ਸਾਨੂੰ ਯਾਦ ਆ ਜਾਂਦਾ ਹੈ ਕਿ ਅਸੀਂ ਆਪਣੇ ਹੱਥਾਂ ਦੇ ਨਾਲ ਕੋਈ ਬੁਰਾ ਕੰਮ ਨਹੀਂ ਕਰਨਾ ਹੈ। ਚੌਥਾ ਆਪਸ਼ਨ ਸੀ ਕਿ ਕੜਾ ਸਾਨੂੰ ਸ਼ਨੀ, ਰਾਹੂ, ਕੇਤੂ, ਜੰਤਰ ਮੰਤਰ, ਤੰਤਰ, ਜਾਦੂ, ਟੂਣੇ, ਭੂਤ ਪ੍ਰੇਤ, ਨਜ਼ਰਾਂ, ਚੀਕਾਂ, ਕਾਲੇ ਇਲਮ ਆਦਿ ਤੋਂ ਬਚਾ ਕੇ ਰੱਖਦਾ ਹੈ। ਇਹ ਜਵਾਬ ਵੀ ਸਹੀ ਹੈ। ਕੜਾ ਸੱਚਮੁੱਚ ਹੀ ਇਹਨਾਂ ਵਹਿਮਾਂ ਭਰਮਾਂ, ਜਾਦੂ ਟੂਣਿਆਂ ਤੋਂ ਬਚਾ ਕੇ ਰੱਖਦਾ ਹੈ। ਸਨਾਤਨ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਲੋਹਾ ਸ਼ਨੀ ਦਾ ਦਾਨ ਹੈ। ਜਿਹੜਾ ਵਿਅਕਤੀ ਲੋਹੇ ਦਾ ਦਾਨ ਨਹੀਂ ਕਰਦਾ, ਉਸ ਦੇ ਉੱਤੇ ਉਸ ਦੀ ਜ਼ਿੰਦਗੀ ਵਿੱਚ ਸ਼ਨੀ ਦਾ ਦੁੱਖ ਆ ਜਾਂਦਾ ਹੈ, ਤੇ ਜਿਹੜਾ ਲੋਹੇ ਦਾ ਦਾਨ ਕਰਦਾ ਹੈ ਉਸ ਉੱਤੇ ਸ਼ਨੀ ਦੀ ਖੁਸ਼ੀ ਆ ਜਾਂਦੀ ਹੈ। ਇਸ ਕਰਕੇ ਲੋਹਾ ਸਮੇਂ-ਸਮੇਂ ਦੇ ਨਾਲ ਦਾਨ ਕਰਨਾ ਚਾਹੀਦਾ ਹੈ, ਘਰੋਂ ਬਾਹਰ ਕੱਢਣਾ ਚਾਹੀਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਰਬ ਲੋਹ ਦੇ ਕੜੇ ਸਿੱਖਾਂ ਦੀਆਂ ਬਾਹਾਂ ਵਿੱਚ ਹੀ ਪਵਾ ਦਿੱਤੇ ਕਿ ਲੋਹਾ ਕੱਢਣਾ ਤਾਂ ਕੀ, ਨਾਲ ਹੀ ਰੱਖੋ, ਸ਼ਨੀ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ। ਇਸ ਨਾਲ ਸੰਬੰਧਿਤ ਇੱਕ ਸਾਖੀ ਵੀ ਅਸੀਂ ਅਕਸਰ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਸ਼ਨੀ ਦੇਵਤੇ ਦਾ ਪੁਜਾਰੀ ਡੰਗੋਤ ਵੇਦਵਾ ਬ੍ਰਾਹਮਣ ਆਇਆ, ਤੇ ਉਹਨੇ ਬੜੀ ਆਕੜ ਦੇ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ, ਤੇ ਫਿਰ ਬੜੇ ਹੰਕਾਰ ਦੇ ਵਿੱਚ ਆ ਕੇ ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ, ਆਪ ਜੀ ਦੀ ਜ਼ਿੰਦਗੀ ਦੇ ਵਿੱਚ ਆਏ ਦਿਨ ਕੋਈ ਯੁੱਧ, ਜੰਗ, ਕਲੇਸ਼, ਝਗੜੇ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਕੀ ਆਪ ਜੀ ਨੇ ਇਹ ਸੋਚਿਆ ਹੈ ਕਿ ਆਪ ਜੀ ਦੇ ਜੀਵਨ ਵਿੱਚ ਇਹ ਕਿਉਂ ਹੁੰਦਾ ਰਹਿੰਦਾ ਹੈ? ਆਪ ਜੀ ਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਕਿਉਂ ਆਉਂਦੇ ਰਹਿੰਦੇ ਹਨ? ਮਹਾਰਾਜ ਜੀ ਕਹਿਣ ਲੱਗੇ ਕਿ ਨਹੀਂ ਭਾਈ, ਅਸੀਂ ਤਾਂ ਇਹ ਸੋਚਿਆ ਨਹੀਂ, ਤੁਸੀਂ ਹੀ ਦੱਸ ਦਿਓ। ਉਹ ਡੰਗੋਤ ਬ੍ਰਾਹਮਣ ਕਹਿਣ ਲੱਗਾ ਕਿ ਮਹਾਰਾਜ ਜੀ, ਆਪ ਜੀ ਦੇ ਸਿਰ ਦੇ ਉੱਤੇ, ਆਪ ਜੀ ਦੇ ਘਰ ਦੇ ਵਿੱਚ ਸ਼ਨੀ ਬੈਠਾ ਹੋਇਆ ਹੈ, ਤੇ ਸ਼ਨੀ ਦੀ ਸਾੜ ਸਤੀ ਆਪ ਜੀ ਦੇ ਉੱਤੇ ਚੱਲ ਰਹੀ ਹੈ। ਸ਼ਨੀ ਆਪ ਜੀ ਦੇ ਉੱਤੇ ਬਹੁਤ ਕ੍ਰੋਧਿਤ ਹੈ, ਬਹੁਤ ਗੁੱਸੇ ਵਿੱਚ ਹੈ। ਮਹਾਰਾਜ ਜੀ ਕਹਿਣ ਲੱਗੇ, ਅੱਛਾ ਭਾਈ, ਫਿਰ ਇਸ ਦੇ ਸਮਾਧਾਨ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਬ੍ਰਾਹਮਣ ਕਹਿੰਦਾ, ਜੀ ਦਾਨ ਕਰਨਾ ਪਵੇਗਾ, ਲੋਹਾ ਦਾਨ ਕਰਨਾ ਪਵੇਗਾ, ਤੇਲ ਦਾਨ ਕਰਨਾ ਪਵੇਗਾ, ਕਾਲੇ ਛੋਲੇ, ਕਾਲੇ ਮਾਂਹ ਆਦਿ ਚੀਜ਼ਾਂ ਆਪ ਜੀ ਨੂੰ ਦਾਨ ਕਰਨੀਆਂ ਪੈਣਗੀਆਂ। ਫਿਰ ਸ਼ਨੀ ਖੁਸ਼ ਹੋ ਜਾਵੇਗਾ ਤੇ ਆਪ ਜੀ ਦੀ ਜ਼ਿੰਦਗੀ ਅੰਦਰ ਖੁਸ਼ੀਆਂ ਆ ਜਾਣਗੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਵੀ ਦਰਬਾਰ ਵਿੱਚ ਨੌਜਵਾਨ ਕਾਫੀ ਬੈਠੇ ਨੇ। ਮਹਾਰਾਜ ਜੀ ਨੇ ਸੋਚਿਆ ਵੀ ਕਿਉਂ ਨਾ ਅੱਜ ਇਹਨਾਂ ਨੌਜਵਾਨਾਂ ਨੂੰ ਪਰਖ ਲਈਏ ਕਿ ਇਹ ਕਿੰਨੇ ਕੁ ਪਾਣੀ ਵਿੱਚ ਨੇ। ਮਹਾਰਾਜ ਜੀ ਨੇ ਨੌਜਵਾਨਾਂ ਨੂੰ ਸੁਣਾਉਂਦੇ ਹੋਏ ਇੱਕ ਸੇਵਾਦਾਰ ਨੂੰ ਕਿਹਾ ਕਿ ਗੁਰਸਿੱਖਾ, ਇਹ ਬ੍ਰਾਹਮਣ ਜੋ ਚੀਜ਼ਾਂ ਵੀ ਮੰਗਦਾ ਹੈ ਇਹਨੂੰ ਦਾਨ ਦੇ ਦੇ। ਨੌਜਵਾਨ ਬੜੇ ਹੈਰਾਨ ਹੋਏ ਸੁਣ ਕੇ ਕਿ ਮਹਾਰਾਜ ਜੀ ਤਾਂ ਸਾਨੂੰ ਕਹਿੰਦੇ ਨੇ ਵੀ ਇੱਕ ਅਕਾਲ ਪੁਰਖ ਨਾਲ ਜੁੜੋ,
ਤੇ ਅੱਜ ਆਪ ਪਤਾ ਨਹੀਂ ਕੀ ਕਰ ਰਹੇ ਨੇ। ਸੇਵਾਦਾਰ ਉਹਨੂੰ ਲੰਗਰ ਵਿੱਚ ਲੈ ਗਿਆ। ਉਹਨੇ ਜੋ ਜੋ ਚੀਜ਼ਾਂ ਵੀ ਮੰਗੀਆਂ, ਸਰੋਂ ਦਾ ਤੇਲ, ਕਾਲੇ ਮਾਹ, ਕਾਲੇ ਛੋਲੇ, ਲੋਹਾ ਵਗੈਰਾ, ਜਿੰਨਾ ਵੀ ਕੁਝ ਬ੍ਰਾਹਮਣ ਨੇ ਮੰਗਿਆ, ਸੇਵਾਦਾਰ ਨੇ ਸਾਰਾ ਕੁਝ ਬ੍ਰਾਹਮਣ ਦੇ ਖੋਤੇ ਤੇ ਲੱਦ ਦਿੱਤਾ। ਸੋ ਸਮਾਨ ਰਖਵਾ ਕੇ ਬ੍ਰਾਹਮਣ ਆਪਣੇ ਘਰ ਵੱਲ ਨੂੰ ਚੱਲ ਪਿਆ। ਸੋ ਬ੍ਰਾਹਮਣ ਹਜੇ ਥੋੜੀ ਦੂਰ ਹੀ ਗਿਆ ਸੀ ਕਿ ਦੀਵਾਨ ਦੇ ਵਿੱਚੋਂ ਨੌਜਵਾਨ ਉੱਠੇ ਤੇ ਉਹਨਾਂ ਨੇ ਉੱਠ ਕੇ ਉਸ ਡੰਗੌਤ ਨੂੰ ਘੇਰ ਲਿਆ। ਜਾ ਕੇ ਕਹਿਣ ਲੱਗੇ ਕਿ ਪੰਡਿਤ ਜੀ, ਇਹ ਸਾਰਾ ਸਾਡਾ ਸਮਾਨ ਵਾਪਿਸ ਕਰ ਦਿਓ। ਇਹ ਸਾਡੀ ਖੂਨ ਪਸੀਨੇ ਦੀ ਕਮਾਈ ਦਾ ਦਸਵੰਧ ਹੈ। ਇਹ ਅਸੀਂ ਗਰੀਬਾਂ ਦੀ ਲੋੜ ਵਾਸਤੇ, ਸਮਾਜ ਦੀ ਭਲਾਈ ਵਾਸਤੇ ਦਿੰਦੇ ਹਾਂ। ਤੇਰੇ ਵਰਗੇ ਵਿਹਲੜ ਵਾਸਤੇ ਨਹੀਂ ਦਿੰਦੇ। ਇਹ ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਹੈ, ਇਹ ਵਾਪਿਸ ਕਰ ਦੇਵੋ। ਉਹ ਪੰਡਿਤ ਕਹਿਣ ਲੱਗਾ ਕਿ ਇਸ ਨੂੰ ਹੱਥ ਨਾ ਲਾਇਓ, ਇਹ ਬ੍ਰਾਹਮਣ ਦਾ ਦਾਨ ਹੈ। ਇਸ ਨੂੰ ਸਿਰਫ ਬ੍ਰਾਹਮਣ ਹੀ ਪਚਾ ਸਕਦਾ ਹੈ, ਬ੍ਰਾਹਮਣ ਹੀ ਹਾਜ਼ਮ ਕਰ ਸਕਦਾ ਹੈ। ਸਿੱਖ ਕਹਿਣ ਲੱਗੇ ਕਿ ਸਾਡਾ ਹਾਜ਼ਮਾ ਬਹੁਤ ਵਧੀਆ ਹੈ, ਪਚਾ ਤਾਂ ਅਸੀਂ ਇਸ ਨੂੰ ਲਵਾਂਗੇ, ਪਰ ਤੁਸੀਂ ਇਹ ਸਾਡਾ ਸਾਰਾ ਸਮਾਨ ਚੁੱਪ ਕਰਕੇ ਵਾਪਿਸ ਕਰ ਦੇਵੋ। ਇਹ ਤੇਰਾ ਦਾਨ ਨਹੀਂ ਹੈ, ਇਹ ਕੀਰਤੀ ਸਿੱਖਾਂ ਦੀ ਖੂਨ ਪਸੀਨੇ ਦੀ ਹੱਕ ਦੀ ਕਮਾਈ ਹੈ। ਜਦੋਂ ਸਮਾਨ ਸਿੱਖ ਵਾਪਿਸ ਲੈਣ ਲੱਗੇ ਤਾਂ ਉਹ ਬ੍ਰਾਹਮਣ ਇੱਕਦਮ ਗੁੱਸੇ ਹੋ ਗਿਆ। ਉਸਨੇ ਸੋਚਿਆ ਵੀ ਇਹ ਸਿੱਖ ਐਦਾਂ ਨਹੀਂ ਮੰਨਣਗੇ। ਉਹਨੇ ਫਿਰ ਸਿੱਖਾਂ ਨੂੰ ਡਰਾਵੇ ਦਿੱਤੇ। ਉਹ ਕਹਿਣ ਲੱਗਾ ਕਿ ਮੈਂ ਤੁਹਾਨੂੰ ਸਰਾਪ ਦੇ ਕੇ ਭਸਮ ਕਰ ਦੇਵਾਂਗਾ। ਸਿੱਖ ਹੱਸਣ ਲੱਗ ਪਏ। ਸਿੱਖ ਕਹਿੰਦੇ ਵੀ ਇਹ ਚੀਜ਼ ਅਸੀਂ ਸੁਣੀ ਬੜੀ ਵਾਰ ਹੈ, ਵੀ ਕੋਈ ਸਰਾਪ ਦੇ ਕੇ ਬੰਦੇ ਨੂੰ ਭਸਮ ਵੀ ਕਰ ਦਿੰਦਾ ਹੈ, ਪਰ ਅਸੀਂ ਇਹ ਕੌਤਕ ਵੇਖਿਆ ਨਹੀਂ। ਪਹਿਲਾਂ ਸਾਨੂੰ ਤੂੰ ਭਸਮ ਹੀ ਕਰ, ਤੂੰ ਸਰਾਪ ਦੇ ਤੇ ਸਾਨੂੰ ਸਾੜ ਦੇ। ਸੋ ਬ੍ਰਾਹਮਣ ਦੀ ਸਿੱਖਾਂ ਦੇ ਅੱਗੇ ਕੋਈ ਪੇਸ਼ ਨਾ ਚੱਲੀ। ਭਸਮ ਤਾਂ ਕਰਦਾ ਜੇ ਕੋਈ ਜੰਤਰ ਮੰਤਰ ਤੰਤਰ ਅਜਿਹਾ ਹੁੰਦਾ। ਸਿੱਖਾਂ ਨੇ ਸਾਰਾ ਸਮਾਨ ਵਾਪਸ ਖੋਹ ਲਿਆ। ਉਹ ਵਾਪਸ ਲੰਗਰਾਂ ਵਿੱਚ ਉਹ ਸਾਰਾ ਸਮਾਨ ਲੈ ਕੇ ਲੰਗਰਾਂ ਵਿੱਚ ਆ ਕੇ ਸਿੱਖਾਂ ਨੇ ਮਾਂਹ ਪੀਸ ਕੇ ਉਹਦੇ ਬੜੇ ਤਿਆਰ ਕਰ ਲਏ। ਸਰੋਂ ਦੇ ਤੇਲ ਵਿੱਚ ਤਲ ਕੇ ਬੜੇ ਬਣਾ ਲਏ। ਇਧਰੋਂ ਐਨੇ ਵਿੱਚ ਰੋਂਦਾ ਗਿਰਦਾ ਉਹ ਵੇਦਵਾ ਬ੍ਰਾਹਮਣ ਵੀ ਪਹੁੰਚ ਗਿਆ ਮਹਾਰਾਜ ਜੀ ਦੇ ਦਰਬਾਰ ਵਿੱਚ। ਕਹਿੰਦਾ, ਮਹਾਰਾਜ ਜੀ, ਤੁਹਾਡੇ ਸਿੱਖਾਂ ਨੇ ਮੈਨੂੰ ਲੁੱਟ ਲਿਆ, ਮੇਰਾ ਸਾਰਾ ਸਮਾਨ ਖੋਹ ਲਿਆ। ਸਤਿਗੁਰੂ ਜੀ ਕਹਿੰਦੇ ਕਿ ਸਿੱਖੋ, ਇਹਦਾ ਜੋ ਸਮਾਨ ਤੁਸੀਂ ਲੁੱਟਿਆ ਹੈ ਭਾਈ ਵਾਪਸ ਕਰੋ। ਇੱਕ ਸਿੱਖ ਦੌੜ ਕੇ ਗਿਆ ਲੰਗਰ ਹਾਲ ਵਿੱਚ, ਇੱਕ ਵੱਡਾ ਸਾਰਾ ਥਾਲ ਭਰ ਕੇ ਲਿਆਂਦਾ ਵੜਿਆਂ ਦਾ। ਆ ਕੇ ਕਹਿੰਦਾ ਕਿ ਪੰਡਿਤ ਜੀ, ਤੁਹਾਡੇ ਕਾਲੇ ਮਾਂਹ ਪੀਸ ਕੇ ਅਸੀਂ ਬੜੇ ਬਣਾ ਲਏ ਤੇ ਮੈਂ ਹੁਣ ਸਾਰੀ ਸੰਗਤ ਨੂੰ ਇਹ ਬੜੇ ਵਰਤਾ ਰਿਹਾ ਹਾਂ, ਤੁਸੀਂ ਵੀ ਛਕ ਲਓ। ਸੋ ਇਹ ਸੁਣ ਕੇ ਸਾਰੇ ਸਿੱਖ ਹੱਸਣ ਲੱਗ ਪਏ। ਇੱਕ ਹੋਰ ਸਿੱਖ ਅੰਦਰ ਗਿਆ, ਉਹ ਲੋਹਾ ਚੁੱਕ ਕੇ ਲਿਆਇਆ, ਮਹਾਰਾਜ ਜੀ ਦੇ ਕੋਲ ਲਿਆਇਆ। ਕਹਿਣ ਲੱਗਾ ਕਿ ਇਹ ਲੋਹਾ ਵੀ ਸਾਡੇ ਗੁਰੂ ਘਰ ਦਾ ਸਮਾਨ ਹੈ, ਅਸੀਂ ਇਸ ਨੂੰ ਵਾਪਸ ਲੈ ਆਏ ਹਾਂ, ਹੁਣ ਇਹਦਾ ਅਸੀਂ ਕੀ ਕਰੀਏ। ਸਤਿਗੁਰੂ ਜੀ ਵੀ ਹੱਸਣ ਲੱਗ ਪਏ। ਮਹਾਰਾਜ ਜੀ ਖੜੇ ਹੋਏ ਤੇ ਉਹਨਾਂ ਨੌਜਵਾਨਾਂ ਨੂੰ ਗਲ ਨਾਲ ਲਾਇਆ ਤੇ ਗਲ ਵਕੜੀ ਵਿੱਚ ਲੈ ਕੇ ਕਹਿਣ ਲੱਗੇ ਕਿ ਖਾਲਸਾ ਜੀ, ਤੁਸੀਂ ਅੱਜ ਵਹਿਮਾਂ ਭਰਮਾਂ ਦੀ ਇੱਕ ਲੰਮੀ ਦੌੜ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ। ਜਿਸ ਸਨੀ ਤੋਂ ਡਰਦੇ ਲੋਕ ਲੋਹੇ ਨੂੰ ਘਰੋਂ ਬਾਹਰ ਕੱਢਦੇ ਨੇ, ਤੁਸੀਂ ਅੱਜ ਉਹੀ ਲੋਹਾ ਇਹਨਾਂ ਕੋਲੋਂ ਖੋਹ ਕੇ ਵਾਪਸ ਕਰ ਲਿਆਏ ਹੋ। ਹੁਣ ਅਸੀਂ ਤੁਹਾਨੂੰ ਇੱਕ ਤੋਹਫਾ ਦਿੰਦੇ ਹਾਂ। ਇਸ ਲੋਹੇ ਦੇ ਕੜੇ ਘੜ ਕੇ ਤੁਸੀਂ ਆਪਣੀਆਂ ਬਾਹਾਂ ਵਿੱਚ ਪਾ ਲਵੋ ਤੇ ਅੱਜ ਤੋਂ ਬਾਅਦ ਕੋਈ ਸਨੀ, ਕੋਈ ਰਾਹੂ, ਕੋਈ ਕੇਤੂ, ਜਾਦੂ, ਤੰਤਰ ਮੰਤਰ ਜੰਤਰ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਅੱਜ ਤੁਸੀਂ ਵਹਿਮਾਂ ਭਰਮਾਂ ਦੀ ਇੱਕ ਲੰਮੀ ਦੌੜ ਜਿੱਤ ਲਈ ਹੈ। ਮੈਂ ਤੁਹਾਡੀ ਪਰਖ ਕਰਨੀ ਸੀ ਤੇ ਤੁਸੀਂ ਇਸ ਪਰਖ ਵਿੱਚ ਪਾਸ ਹੋ ਗਏ ਹੋ। ਸੋ ਹੁਣ ਸਾਡੀ ਬਦਕਿਸਮਤੀ ਇਹ ਹੈ ਕਿ ਹੁਣ ਸਿੱਖ ਨੇ ਹੱਥ ਵਿੱਚ ਕੜਾ ਵੀ ਪਾਇਆ ਹੁੰਦਾ ਹੈ ਤੇ ਨਾਲ ਹੀ ਧਾਗੇ, ਤਵੀਤ,
ਮੁੰਦਰੀਆਂ, ਨਗ, ਪਤਾ ਨਹੀਂ ਕੀ ਕੀ ਪਾਇਆ ਹੁੰਦਾ ਹੈ। ਤੇ ਕਾਲੇ ਛੋਲੇ ਵਗੈਰਾ ਵਗੈਰਾ ਦਾਨ ਵੀ ਦੇ ਕੇ ਆਉਂਦਾ ਹੈ। ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ, ਵਹਿਮਾਂ ਭਰਮਾਂ ਵਿੱਚ ਫਸ ਕੇ ਡਰਦਾ ਹੈ। ਸੋ ਮਹਾਰਾਜ ਜੀ ਨੇ ਸਾਨੂੰ ਨਿਡਰ ਬਣਾਇਆ ਸੀ। ਅਸੀਂ ਨਿਡਰ ਬਣੀਏ, ਕਿਉਂਕਿ ਜੇ ਇਹ ਕੁਝ ਕਰਨਾ ਹੈ ਫਿਰ ਅਸੀਂ ਕੜੇ ਨੂੰ ਉਤਾਰ ਕੇ ਗੁਰਦੁਆਰਾ ਸਾਹਿਬ ਰੱਖ ਦਈਏ। ਜੇ ਕੜਾ ਵੀ ਪਾਣਾ ਹੈ ਫਿਰ ਬਾਕੀ ਚੀਜ਼ਾਂ ਉਤਾਰ ਦਈਏ ਤੇ ਗੁਰੂ ਦੇ ਖਾਲਸੇ ਬਣੀਏ, ਨਿਡਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ